मैं पुत्रा के कंधा से जा प्यो है चट गया प्यो ही चट गया है कंधा से ਰਾਜ ਮਾਰਿਆ ਹੈ ਜਾਂ ਘਰ ਮਾਰਿਆ ਦੁਸ਼ਮਣੀ ਦੇ ਨਾਲ ਮੇਰੇ ਨਾਲ ਬੈਠੀ ਪੁਰਾਣੀ ਦੋਸਤੀ ਸੀ ਇੱਕ ਦੂਸਰੇ ਕਹੇ ਤੂੰ ਮਾਰਿਆ ਮੈਂ ਜੇ ਐਕਸੀਡੈਂਟ ਹੋਇਆ ਸੀ ਫਿਰ ਨੱਸਿਆ ਕਹਿੰਦੇ ਵੀ ਮੈਂ ਨਹੀਂ ਮਾਰਿਆ ਤੂੰ ਮਾਰਿਆ ਉਹ ਕਹਿੰਦਾ ਮੈਂ ਨਹੀਂ ਮਾਰਿਆ ਤੂੰ ਮਾਰਿਆ ਬੈਠ ਤੇ ਪਿਆ ਸਾਡੀਆਂ ਚੀਕਾਂ ਨਿਕਲਦੇ ਜਦੋਂ ਬੈਠ ਅਸੀਂ ਵੇ ਖਾਲੀ ਵੇਦੇ ਅੱਜ ਸਾਰੇ ਘਰੋਂ ਸਵਖਤੇ ਚੱਲ ਗਏ ਮੇਰਾ ਦਿਲ ਛੱਲ ਨਹੀਂ ਹੁੰਦਿਆ ਬੈੱਡ ਵਾਲੇ ਵੇਖ ਇੱਥੇ ਮੇਰਾ ਅੱਜ ਬੱਚਾ ਨਹੀਂ ਆ ਨਜਾਇਜ਼ ਮੇਰੇ ਬੱਚੇ ਨੂੰ ਮਾਰਿਆ ਕੋਈ ਉਹਦੀ ਗਲਤੀ ਨਹੀਂ ਸੀ ਕੋਈ ਨਹੀਂ ਸੀ ਕੋਈ ਸਾਡੀ ਗੱਲ ਹੀ ਨਹੀਂ ਸੁਣਨ ਦਿਆ ਇਹ ਆਂਦੇ ਆ ਬਸ ਐਕਸੀਡੈਂਟ ਅੰਨਿਆਂ ਨੂੰ ਵੀ ਨਜ਼ਰ ਆਉਂਦਾ ਉੱਤੋਂ ਦੀ ਗੱਡੀ ਲੰਘ ਜਾਏ ਚਿਹਰਾ ਫਿਰ ਜਾਂਦਾ ਹੈ ਉਹਨਾਂ ਨੇ ਵੀ ਕਿਹਾ ਇਹ ਬੱਚੇ ਦਾ ਕਤਲ ਹੋਇਆ ਹੈ ਇਹ ਬੱਚੇ ਦਾ ਐਕਸੀਡੈਂਟ ਨਹੀਂ ਹੋਇਆ ਰਕਸ਼ਾ ਵੀ ਪਹਿਲੇ ਹੱਥ ਤੇ ਰਕਸ਼ਾ ਹੀ ਟੁੱਟਣਾ ਸੀ ਬਥੋੜੇ ਮਾਰ ਕੇ ਨਾ ਬੱਚੇ ਨੂੰ ਸੱਟਾਂ ਲਾਈਆਂ ਖੂਨ ਨਹੀਂ ਉਹਦਾ ਨਿਕਲਿਆ ਇੰਨੀ ਜ਼ਬਰਦਸਤ ਹੱਡੀਆਂ ਤੇ ਮਾਰਿਆ ਹੈ ਗਰਦਨ ਇੱਥੇ ਉਹ ਨਹੀਂ ਮਰੇ ਉਹਨਾਂ ਦੀਆਂ ਕਿਉਂ ਨਹੀਂ ਲੱਤਾਂ ਬਾਹਾਂ ਟੁੱਟੀਆਂ ਜੇ रक्षा क्यों नहीं टूटा एक्सीडेंट सी हड्डियां टूट गई गुट्टां दियां टूट गई चुकने दी बिस्मिल्लाहिर्रहमानिर्रहीम अस्सलाम वालेकुम एमडी न्यूज़ टीवी के साथ मैं हूं आपका होस्ट राना दिलशाद। नाज़रीन, थाना मनावा की हदूद में गाजियाबाद के 25 साल नौजवान को दोस्तों ने धोखा से बुलाकर जान से मार दिया। क्या मामला उसके साथ पेश आए, बात करते हैं मकतूल सलीम की वालदा से। अस्सलाम वालेकुम माँ जी। ਬੱਚਾ 9 ਵਜੇ ਆਇਆ ਰਾਤ ਨੂੰ ਘਰ ਚੰਗਾ ਪਰ ਦੁਪਹਿਰ 2 ਵਜੇ ਗਿਆ 9 ਵਜੇ ਵਾਪਸ ਆਇਆ ਹੈ ਖਾਣਾ ਖਾਦਾ ਹੈ ਖਾ ਕੇ ਫਿਰ ਬਾਹਰ ਚਲੇ ਗਿਆ ਹਮਸਾਈ ਆ ਉਹਦਾ ਪੋਤਰਾ ਬਿਮਾਰ ਹੋ ਗਿਆ ਤੇ ਉਹ ਰਕਸ਼ਾ ਲੱਭਦੀ ਸਟੈਂਡ ਤੇ ਚਲੇ ਗਈ 1 ਵਜੇ ਰਾਤ ਦੇ ਉੱਥੇ ਬੈਠਾ ਤਾਂ ਸਲੀਮ ਤੇ ਉਹ ਮੁੰਡਾ ਦੋਨੇ ਬੈਠੇ ਸੀ ਉਹਨੇ ਕਿਹਾ ਸਲੀਮ ਮੇਰੇ ਦਵਾਈ ਲੈਣ ਜਾਣੀ ਬਾੜ ਚੌਂਕ ਲਾਇਆ ਕਹਿੰਦਾ ਆਂਟੀ ਬਹਿ ਜਾਓ ਉਹ ਮੁੰਡਾ ਵੀ ਨਾਲ ਹੀ ਬਹਿ ਗਿਆ ਉਹਨੇ ਕਿਹਾ ਵੀ ਔਰਤ ਨੇ ਵੀ ਤੂੰ ਥੱਲੇ ਉਤਰ ਜਾ ਅਸੀਂ ਇਹਦੇ ਨਾਲ ਜਾਣਾ ਤੂੰ ਸਾਡੇ ਨਾਲ ਮੁੰਡਾ ਕੌਣ ਹੈ ਜਿਹੜਾ ਉਹਦਾ ਦੋਸਤ ਸੀ ਉਹਦਾ ਦੋਸਤ ਸੀ ਅਸਦ ਅੱਛਾ ਤੇ ਉਹ ਕਹਿਣ ਲੱਗਾ ਮੈਂ ਨਾਲ ਹੀ ਰਹਿਣਾ ਸਲੀਮ ਦੇ ਨਾਲ ਜਾਣ ਮੈਂ ਥੱਲੇ ਨਹੀਂ ਉਤਰ ਮੈਂ ਡਾਕਟਰ ਕੋ ਵੀ ਗਏ ਨੇ ਉਥੇ ਵੀ ਉਹਦੇ ਬੱਚੇ ਨੂੰ ਡ੍ਰਿਪ ਲੱਗੀ ਘੰਟਾ ਸਾਰਾ ਉਹਨੇ ਕਿਹਾ ਤੂੰ ਕਾਕਾ ਘਰ ਚੱਲ ਜਾ ਅਸੀਂ ਇੱਕੋ ਮਹੱਲੇ ਦੇ ਰਹਿਣ ਵਾਲੇ ਆ ਅਸੀਂ ਇਹਦੇ ਨਾਲ ਆਪਣੇ ਘਰ ਚੱਲ ਜਾਾਂਗੇ ਤੂੰ ਜਿੱਥੇ ਜਾਣਾ ਜਾ ਉਹਨੇ ਕਿਹਾ ਮੈਂ ਨਹੀਂ ਜਾਣਾ ਮੈਂ ਇਹਦੇ ਨਾਲ ਹੀ ਰਹਿਣਾ ਮੁੜ ਕੇ ਉੱਥੇ ਵੀ ਡਾਕਟਰ ਦੀ ਦੁਕਾਨ ਤੇ ਵੀ ਉਹ ਪਤਾ ਨਹੀਂ ਬੁੱਢੀ ਤੇ ਕੀ ਜ਼ੇਨ ਚ ਅੱਲਾ ਵੱਲੋਂ ਹੀ ਉਹਨੇ ਕਿਹਾ ਤੂੰ ਚੱਲ ਜਾ ਛੱਡ ਕੇ ਅਸੀਂ ਦੋਵੇਂ ਘਰ ਚੱਲ ਜਾਾਂਗੇ ਇਹ ਸਾਰਸੀ ਤੇ ਹਮਸਾਏ ਹੈਗੇ ਆ ਤੇ ਤੂੰ ਜਾ ਜਿੱਧਰ ਜਾਣਾ ਉਹਨੇ ਕਿਹਾ ਮੈਂ ਇਹਦੇ ਨਾਲ ਹੀ ਰਹਿਣਾ ਮੈਂ ਨਹੀਂ ਜਾਣਾ ਮੁੜ ਕੇ ਉਹ ਆਇਆ ਬੱਚਾ ਲੈ ਕੇ ਇੱਥੇ ਸਵਾਰੀਆਂ ਉਹ ਵੀ ਮੁੰਡਾ ਨਾਲ ਹੀ ਗਏ ਉਹਨੂੰ ਫਿਰ ਉੱਥੇ ਇਹਨੇ ਹਮਸਾਈ ਦੇ ਸਾਹਮਣੇ ਕਿਹਾ ਵੀ ਮੈਨੂੰ ਜੱਲੋ ਛੱਡਿਆ ਉਹ ਜੱਲੋ ਮੁੜ ਕੇ ਗੱਡੀ ਇੱਧਰ ਨੂੰ ਕਰ ਲਈਏ ਉੱਥੇ ਜਾ ਕੇ ਹੋਰ ਇੱਕ ਉਹਦਾ ਦੋਸਤ ਬੈਠਾ ਉਹਨੇ ਮੇਰੇ ਮੁੰਡੇ ਨੇ ਇਹ ਕਿਹਾ ਵੀ ਸਲੀਮ ਨਾ ਜਾ ਤੇ ਉਹ ਮੁੰਡੇ ਨੇ ਕਿਹਾ ਨਹੀਂ ਇਹ ਮੈਨੂੰ ਛੱਡ ਕੇ ਹੀ ਆਏਗਾ ਜਾਣਾ ਇਹਨੇ ਤੇ ਉਹ ਮੁੜ ਕੇ ਉਹਨੇ ਸਲੀਮ ਨੇ ਕਿਹਾ ਸ਼ਾਨੀ ਤੂੰ ਮੇਰੇ ਨਾਲ ਹੀ ਆਈਆ ਤੇ ਉਹ ਬਹਿਣ ਲੱਗਾ ਫਿਰ ਮੇਰੇ ਮੁੰਡੇ ਨੇ ਸਲੀਮ ਨੇ ਉਹਨੂੰ ਕਹਿ ਦਿੱਤਾ ਵੀ ਮੈਂ ਰਾਤ ਵਾਪਸ ਨਹੀਂ ਹਜੇ ਆਉਣਾ ਮੈਂ ਸੁਬਾਹ ਆਉਣਾ ਉਹਨੇ ਕਿਹਾ ਫਿਰ ਮੈਂ ਨਹੀਂ ਆਉਣਾ ਸੁਬਾਹ ਤਾਂ ਹੋ ਹੀ ਜਾਣੀ ਸੀ ਆਂਦੇ ਜਾਂਦੇ 3 ਤੇ ਵੱਜੇ ਸੀ ਜਦੋਂ ਇੱਥੋਂ ਤੁਰੇ ਮੁੜ ਕੇ ਉਹ ਲੈ ਗਏ ਜੱਲੋ ਨੂੰ ਲੈ ਗਏ ਇਹ ਨਹੀਂ ਪਤਾ ਉਹਨਾਂ ਨੇ ਰਾਹ 'ਚ ਮਾਰਿਆ ਹੈ ਜਾਂ ਘਰ ਮਾਰਿਆ ਹੈ ਜਾਂ ਕਿੱਥੇ ਮਾਰਿਆ ਨਹੀਂ ਤੁਹਾਡਾ ਬੇਟਾ ਜਿਹੜਾ ਹੈ ਉਹ ਰਕਸ਼ਾ ਰਾਤ ਨੂੰ ਚਲਾਉਂਦਾ ਸੀ ਜਾਂ ਸਿਰਫ ਕੱਲ ਰਾਤ ਗਿਆ ਸੀ 11 ਵਜੇ ਤੱਕ ਬਾਅਦ ਚਲਾਉਂਦਾ ਸੀ ਮੁੜ ਕੇ ਖਿਲਾਰ ਦਿੰਦਾ ਸੀ ਤੇ ਉਹ ਹੀ ਬਸ ਸਵਾਰੀਆਂ 2 ਮਿਲੀਆਂ ਉਹ ਉਹਨਾਂ ਨੂੰ ਲਾਣ ਗਿਆ ਤੇ ਉਹ ਮੁੰਡਾ ਨਾਲ ਸੀ ਉਹਦਾ ਗਾਲ ਲੱਗ ਗਿਆ ਤੇ ਜਦ ਪਹਿਲੋਂ ਮੇਰੇ ਬੱਚੇ ਨੂੰ ਇਹ ਵੀ ਨਹੀਂ ਪਤਾ ਸੀ ਵੀ ਇਹ ਮੇਰੀ ਦੁਸ਼ਮਣੀ ਦੇ ਨਾਲ ਮੇਰੇ ਨਾਲ ਬੈਠਾ ਇਹਨੇ ਮੈਨੂੰ ਅੱਜ ਮਾਰਨਾ ਹੈ ਲਾਡ ਪਿਆਰ ਉਹਦੇ ਨਾਲ ਕਰਨ ਦੇ ਹੱਸਣ ਖੇਡਣ ਦੇ ਕੋਈ ਉਹਦੇ ਦਿਲ 'ਚ ਗੱਲ ਹੀ ਨਹੀਂ ਹੈ ਨਹੀਂ ਇਹਦੇ ਦੋਸਤ ਪੁਰਾਣੇ ਸੀ ਜਾਂ ਅਚਾਨਕ ਨਾਲ ਬੈਠੇ ਨੇ ਆ ਕੇ ਨਹੀਂ ਅਚਾਨਕ ਨਹੀਂ ਬੈਠੇ 5-6 ਸਾਲ ਦੇ ਦੋਸਤ ਇੱਕੋ ਮਹੱਲੇ 'ਚ ਹੀ ਆ ਸਟਾਫ ਤੇ ਰਹਿਣ ਵਾਲੇ ਸੀ ਹੁਣ ਜੱਲੋ ਚਲੇ ਗਏ ਉਹਨਾਂ ਦੀ ਕੋਈ ਆਪਸ 'ਚ ਪਹਿਲੇ ਕੋਈ ਲੜਾਈ ਝਗੜਾ ਹੋਇਆ ਹੋਵੇ ਲੜਾਈ ਝਗੜਾ ਮਾੜਾ ਮੋਟਾ ਚਲੋ ਹੋ ਹੀ ਜਾਂਦਾ ਵਾ ਉਹ ਇੱਕ ਦਿਨ ਹੋਇਆ ਹੱਥ ਤੇ ਉਹਨੇ ਦੰਦੀ ਵੱਢ ਦਿੱਤੀ ਉਹਨੇ ਫਿਰ ਵੀ ਕਿਹਾ ਨੇ ਸਾਨੂੰ ਕਿਹਾ ਵੀ ਮਜ਼ਾਕ ਹੋਇਆ ਉਹਨੇ ਗੁੱਸੇ ਨਾਲ ਨਹੀਂ ਵੱਢੀ ਅਸੀਂ ਇਹਨੇ ਫਿਰ ਵੀ ਕਿਹਾ ਵੀ ਆਪਣੇ ਭਾਈ ਨੂੰ ਵੀ ਤੂੰ ਉਹਦੇ ਨਾਲ ਨਾ ਫਿਰਿਆ ਕਰ ਅੱਛਾ ਇਹ ਮਰਨ ਤੋਂ ਕਿੰਨੇ ਦਿਨ ਪਹਿਲੇ ਦੀ ਗੱਲ ਹੈ ਇਹ ਮਹੀਨਾ ਕੁ ਪਹਿਲੇ ਦੀ ਗੱਲ ਹੈ ਜਦੋਂ ਇਹਨਾਂ ਦੀ ਲੜਾਈ ਹੋਈ ਆ ਮੁੜ ਕੇ ਸੁਲਾਹ ਕਰਾ ਦਿੱਤੀ ਉਹਨਾਂ ਦੇ ਜਿਹੜੇ ਦੋਸਤ ਉਸ ਦਿਨ ਰਕਸ਼ੇ ਦੇ ਨਾਲ ਬੈਠੇ ਨੇ ਉਸ ਦਿਨ ਅਚਾਨਕ ਨਾਲ ਉਹਨਾਂ ਦੀ ਕੋਈ ਮੁਲਾਕਾਤ ਹੋਈ ਹੈ ਜਾਂ ਪੁਰਾਣੀ ਦੋਸਤੀ ਸੀ ਉਹਨਾਂ ਦੀ ਪੁਰਾਣੀ ਦੋਸਤੀ ਸੀ ਸ਼ੁਰੂ ਤੋਂ ਹੀ 5 ਸਾਲ ਤੋਂ ਹੀ ਉਹ ਇੱਕ ਦੂਸਰੇ ਦੇ ਨਾਲ ਹੀ ਰਹਿੰਦੇ ਸੀ ਤੇ ਉਹ ਮੁੜ ਕੇ ਜੱਲੋ ਚਲੇ ਗਏ ਨੇ ਤੇ ਉਹ ਮੁੜ ਕੇ ਇਹ ਨਹੀਂ ਪਤਾ ਵੀ ਉਹਨਾਂ ਰਸਤੇ 'ਚ ਮਾਰਿਆ ਹੈ ਜਾਂ ਘਰ ਜਾ ਕੇ ਮਾਰਿਆ ਹੈ ਜਾਂ ਕਿਸ ਤਰ੍ਹਾਂ ਉਹਨਾਂ ਨੇ ਆਪ ਹੀ ਸਾਨੂੰ ਫੋਨ ਕਰ ਦਿੱਤਾ ਹੈ ਵੀ ਇਹ ਸਲੀਮ ਦੇ ਉੱਤੋਂ ਐਕਸੀਡੈਂਟ ਹੋ ਗਿਆ ਰਕਸ਼ਾ ਲੰਘ ਗਿਆ ਗੱਡੀ ਲੰਘ ਗਈ ਅਸੀਂ ਹੈਗੇ ਆ ਉੱਥੇ ਕੀ ਨਾ ਹੀ ਕੁਰਕੀ ਹਸਪਤਾਲ ਆ ਉੱਥੇ ਇਹ ਬੱਚੇ ਗਏ ਨੇ ਮਗਰ ਗਏ ਨੇ ਵੇਖਿਆ ਜਾ ਕੇ ਡਾਕਟਰਾਂ ਨੇ ਇਹ ਕਿਹਾ ਵੀ ਪਹਿਲੋਂ ਆਪਣੇ ਭਰਾ ਨੂੰ ਨਾ ਤੁਸੀਂ ਕੌਣ ਕਹਿੰਦੇ ਸਾਡਾ ਭਾਈ ਆ ਹੁਣ ਕਿਹਾ ਪਹਿਲੇ ਨਾ ਵੇਖੋ ਆ ਬੱਚੇ ਨੂੰ ਵੇਖਿਆ ਮੁੰਡਾ ਕਿਹੜਾ ਹੈਗਾ ਇਹਨਾਂ ਨੇ ਵੇਖਿਆ ਕਹਿੰਦਾ ਇਹਦਾ ਦੋਸਤ ਹੀ ਹੈ ਸਲੀਮ ਦਾ ਉਹਨੇ ਕਿਹਾ ਡਾਕਟਰਾਂ ਕਿਹਾ ਇਹ ਤੇ ਰਾਹਗੀਰ ਬਣਨ ਦੇ ਆਂਦੇ ਐਕਸੀਡੈਂਟ ਹੋਇਆ ਤੇ ਰਾਹਗੀਰ ਆ ਅਸੀਂ ਇਹਨੂੰ ਲਿਆਏ ਆ
ਤੇ ਵੇਖਿਆ ਤੇ ਐਕਸੀਡੈਂਟ ਹੈ ਨਹੀਂ ਸੀ। ਉਹ ਆਪਸ 'ਚ ਵੀ ਝਗੜਾ ਕਰ ਰਹੇ ਦੋਵੇਂ ਭਰਾ, ਆਂਦੇ ਵੀ ਉੱਥੇ ਉਹ ਇੱਕ ਦਾ ਕਹਿੰਦਾ ਤੂੰ ਮਾਰਿਆ, ਦੂਸਰਾ ਕਹਿੰਦਾ ਤੂੰ ਮਾਰਿਆ, ਮੈਂ ਨਹੀਂ ਮਾਰਿਆ। ਅੱਛਾ, ਜਿਹੜੇ ਦੋਸਤ ਨਾਲ ਗਏ ਨੇ ਉਹ ਆਪਸ ਚ ਲੜ ਪਏ ਨੇ? ਆਪਸ 'ਚ ਹੀ ਲੜ ਪਏ ਨਾ, ਦੋਸਤ ਨਹੀਂ ਸੀ, ਭਰਾ ਭਰਾ ਸੀ। ਅੱਛਾ, ਉਹ ਆਪਸ 'ਚ ਹੀ ਜਿਨ੍ਹਾਂ ਨੇ ਸਲੀਮ ਨੂੰ ਮਾਰਿਆ ਹੈ ਉਹ ਭਰਾ ਦੋਨੋਂ ਭਰਾ ਭਰਾ ਸਨ? ਹਾਂ, ਸਕੇ ਭਰਾ ਨੇ। ਉਹਨੇ ਇੱਕ ਦੂਸਰੇ ਕਹੇ ਤੂੰ ਮਾਰਿਆ ਤੂੰ ਮਾਰਿਆ, ਮੈਂ ਨਹੀਂ ਮਾਰਿਆ। ਉਹ ਇੱਕ ਜਣਾ ਇਸ ਤਰ੍ਹਾਂ ਕਰਦਾ ਕਰਦਾ ਪਰ ਜਿੰਨਾ ਬਹੁਤਾ ਦੋਸਤ ਸੀ ਨਾ ਉਹ ਨੱਸ ਗਿਆ। ਜੇ ਐਕਸੀਡੈਂਟ ਹੋਇਆ ਸੀ ਫਿਰ ਨੱਸਿਆ ਕਿਉਂ ਤੂੰ? ਫਿਰ ਉੱਥੇ ਹੀ ਖਲੋਂਦਾ ਵੀ ਸੀ ਤੇ ਪੁਰਾਣੇ ਦੋਸਤ ਸੀ, ਐਕਸੀਡੈਂਟ ਹੋਇਆ, ਸਾਨੂੰ ਦੁੱਖ ਹੋਇਆ, ਅਸੀਂ ਰੋਣ ਦੇ ਆ, ਪਿੱਟਣ ਦੇ ਆ, ਤੇ ਉਹ ਤੇ ਫਿਰ ਨੱਸ ਹੋ ਗਿਆ। ਇਹ ਆਪਸ ਵਿੱਚ ਲੜਨ ਦੇ ਸੀ, ਕਹਿੰਦੇ ਵੀ ਮੈਂ ਨਹੀਂ ਮਾਰਿਆ ਤੂੰ ਮਾਰਿਆ, ਉਹ ਕਹਿੰਦਾ ਮੈਂ ਨਹੀਂ ਮਾਰਿਆ ਤੂੰ ਮਾਰਿਆ। ਇਸ ਅੱਛਾ, ਤਰ੍ਹਾਂ ਜਿਹੜੀ ਇਹਨਾਂ ਦੀ ਆਪਸ ਚ 1 ਮਹੀਨਾ ਪਹਿਲੇ ਲੜਾਈ ਹੋਈ ਹੈ, ਹਾਂਜੀ। ਉਸ ਲੜਾਈ ਦੀ ਵਜ੍ਹਾ ਕੀ ਸੀ? ਉਹਦੀ ਵਜ੍ਹਾ ਤੋਂ ਸਾਨੂੰ ਨਹੀਂ ਪਤਾ, ਨਾ ਸਾਡੇ ਬੱਚੇ ਨੇ ਸਾਨੂੰ ਦੱਸਿਆ। ਹੁਣ ਤੇ ਵੀ ਇਹੀ ਕਹਿੰਦਾ ਮਜ਼ਾਕ ਹੋਇਆ, ਮਜ਼ਾਕ ਦੇ ਨਾਲ ਦੰਦੀ ਵੱਢੀ ਗਈ। ਨਹੀਂ, ਰਕਸ਼ਾ ਚਲਾਉਂਦੇ ਸੀ ਆਪਸ ਚ, ਕੋਈ ਰਕਸ਼ੇ ਤੋਂ ਲੜਾਈ ਸੀ? ਨਹੀਂ, ਕੋਈ ਲੈਣ ਦੇਣ ਤੋਂ ਲੜਾਈ ਸੀ? ਲੈਣ ਦੇਣ ਤੋਂ ਲੜਾਈ ਨਹੀਂ ਸੀ, ਕੁਛ ਨਹੀਂ ਸੀ। ਕੋਈ ਦੋਸਤਾਂ ਚ ਆਪਸ, ਕੋਈ ਲੜਕੀ ਵਾਲਾ ਕੋਈ ਕੁੜੀ ਵਾਲਾ ਮਾਮਲਾ ਹੋਵੇ? ਨਹੀਂ ਨਹੀਂ, ਕੋਈ ਕੁੜੀ ਵੀ, ਮੇਰਾ ਬੱਚਾ ਐਸਾ ਹੈ ਹੀ ਨਹੀਂ। ਉਹ ਸੱਤਾ ਧੀਆਂ ਵਰਗਾ ਕਿਸੇ ਵੱਲ ਅੱਖ ਉਠਾ ਕੇ ਨਹੀਂ ਵੇਂਦਾ। ਮਾਂ ਜੀ, ਤੁਹਾਡੇ ਬੱਚੇ ਨੂੰ ਅੱਜ ਫੌਤ ਹੋਏ ਕਿੰਨੇ ਦਿਨ ਹੋ ਅੱਜ ਗਏ ਨੇ? 10 ਦਿਨ ਹੋ ਗਏ। ਸਾਡਾ ਦਿਲ ਹੀ ਜਾਣਦਾ ਇਹ ਬੈੱਡ ਤੇ ਪਿਆ ਹੁੰਦਾ, ਸਾਡੀਆਂ ਚੀਕਾਂ ਨਿਕਲਦੇ ਜਦੋਂ ਬੈੱਡ ਅਸੀਂ ਖਾਲੀ ਵੇਖਦੇ। 2 ਵਜੇ ਉੱਠ ਕੇ ਤਿਆਰ ਹੋ ਕੇ ਮੇਰਾ ਬੱਚਾ ਜਾਂਦਾ ਸੀ। ਅੱਜ ਸਾਰੇ ਘਰੋਂ ਸਵਖਤੇ ਚੱਲ ਗਏ। ਮੇਰਾ ਦਿਲ ਛੰਨ ਨਹੀਂ ਹੋਣ ਦਿਆ ਵੀ ਬੈੱਡ ਵੱਲ ਵੇਖ, ਇੱਥੇ ਮੇਰਾ ਅੱਜ ਬੱਚਾ ਨਹੀਂ ਹੈ। ਇਹਨਾਂ ਨੇ ਨਜਾਇਜ਼ ਮੇਰੇ ਬੱਚੇ ਨੂੰ ਮਾਰਿਆ, ਕੋਈ ਉਹਦੀ ਗਲਤੀ ਨਹੀਂ ਸੀ, ਕੋਈ ਨਹੀਂ ਸੀ। ਕੋਈ ਸਾਡੀ ਗੱਲ ਹੀ ਨਹੀਂ ਸੁਣਨ ਦਿਆ। ਇਹ ਆਂਦੇ ਆ ਬਸ ਐਕਸੀਡੈਂਟ ਅੰਨਿਆਂ ਨੂੰ ਵੀ ਨਜ਼ਰ ਆਉਂਦਾ, ਉੱਤੋਂ ਦੀ ਗੱਡੀ ਲੰਘ ਜਾਏ, ਚਿਹਰਾ ਫਿਰ ਜਾਂਦਾ ਹੈ। ਅੱਛਾ, ਪੁਲਿਸ ਵਾਲੇ ਤੁਹਾਨੂੰ ਕਹਿ ਰਹੇ ਨੇ ਕਿ ਐਕਸੀਡੈਂਟ ਸੀ? ਹਾਂਜੀ, ਇੱਕ ਕਹਿੰਦਾ ਐਕਸੀਡੈਂਟ ਹੈ। ਉੱਥੇ ਡਾਕਟਰਾਂ ਨੇ ਵੀ ਕਿਹਾ ਇਹ ਬੱਚੇ ਦਾ ਕਤਲ ਹੋਇਆ ਹੈ, ਇਹ ਬੱਚੇ ਦਾ ਐਕਸੀਡੈਂਟ ਨਹੀਂ ਹੋਇਆ। ਰਕਸ਼ਾ ਵੀ ਪਹਿਲੇ ਹੱਥ ਤੇ ਰਕਸ਼ਾ ਹੀ ਟੁੱਟਣਾ ਸੀ। ਬੱਚੇ ਦੀ ਜੁੱਤੀ ਸੜਕ ਤੇ ਰੁਲਣੀ ਸੀ। ਇਹਨਾਂ ਨੇ ਮੇਰੇ ਬੱਚੇ ਨੂੰ ਫੜਨਾ ਸੀ ਕਿ ਜੁੱਤੀ ਫੜ ਕੇ ਰਕਸ਼ੇ 'ਚ ਹੀ ਰੱਖਣੀ ਸੀ। ਜਦੋਂ ਡੈੱਡ ਬੋਡੀ ਘਰ ਆਈ ਏ ਤੇ ਤੁਸੀਂ ਉਹਨੂੰ ਦੇਖਿਆ, ਉਹਦੀ ਕੀ ਹਾਲਤ ਸੀ? ਉਹਨੇ ਨਹਾ ਧੋਆ ਉੱਥੇ ਹੀ ਵੇਖਿਆ, ਹਸਪਤਾਲ ਦੇ ਵਿੱਚ ਹੀ। ਮੇਰਾ ਦੋਤਾ ਵੀ ਉੱਥੇ ਲੱਗਾ ਉਹ ਐਂਬੂਲੈਂਸ ਦੇ ਵਿੱਚ। ਉਹਨਾਂ ਨੇ ਗੁਸਲ ਦੇਣ ਲੱਗਿਆ ਵੇਖਿਆ ਵੇ। ਉਹਨਾਂ ਤਸਵੀਰਾਂ ਵੀ ਲਾਈਆਂ, ਜਿਸ ਤਰ੍ਹਾਂ ਥੋੜੇ ਮਾਰ ਮਾਰ ਕੇ ਨਾ ਬੱਚੇ ਨੂੰ ਸੱਟਾਂ ਲਾਈਆਂ। ਅੱਛਾ, ਥੋੜੇ ਮਾਰੇ ਨੇ? ਹਾਂਜੀ, ਇਸ ਤਰ੍ਹਾਂ ਹੀ ਹੋਇਆ ਵੇ, ਜਿਸ ਤਰ੍ਹਾਂ ਸੱਟਾਂ ਕੋਈ ਸ਼ੈ ਮਾਰੀ ਦੀ ਤੇ ਹੱਡੀ ਪੀਸ ਜਾਂਦੀ, ਨੀਲ ਪੈ ਜਾਂਦਾ। ਇਸ ਖੂਨ ਨਹੀਂ ਨਿਕਲਿਆ ਉਹਦਾ, ਤੋਬਾ ਤੋਬਾ, ਖੂਨ ਨਹੀਂ ਉਹਦਾ ਨਿਕਲਿਆ। ਇੰਨੀ ਜ਼ਬਰਦਸਤ ਹੱਡੀਆਂ ਤੇ ਮਾਰਿਆ, ਗਰਦਨ ਇੱਥੇ ਮਾਰਿਆ। ਇਹ ਇਸ ਤਰ੍ਹਾਂ ਜਿਸ ਤਰ੍ਹਾਂ ਦੀ ਨਾਲੀ, ਡਾਕਟਰ ਕਹਿੰਦੇ ਖਾਣੇ ਵਾਲੀ ਨਾਲੀ ਵੀ ਉਹਦੀ ਤੋੜ ਦਿੱਤੀ ਉਹਨਾਂ ਨੇ। ਯਾਨੀ ਇੰਨੇ ਜ਼ਾਲਮਾਨਾ ਤਰੀਕੇ ਇੰਨੇ ਨਾਲ? ਜ਼ਾਲਮਾਂ ਦੇ ਨਾਲ ਉਹਨਾਂ ਨੇ ਮਾਰਿਆ। ਕਿਉਂ ਨਹੀਂ ਪੁਲਿਸ ਵਾਲੇ ਮੰਨਣ ਦੇ? ਤੇ ਉਹ ਵੀ ਤੇ ਨਾਲ ਹੀ ਸੀ ਨਾ, ਉਹ ਕਿਉਂ ਨਹੀਂ ਮਰੇ? ਉਹਨਾਂ ਦੀਆਂ ਕਿਉਂ ਨਹੀਂ ਲੱਤਾਂ ਬਾਹਾਂ ਟੁੱਟੀਆਂ? ਜੇ ਰਕਸ਼ਾ ਕਿਉਂ ਨਹੀਂ ਟੁੱਟਾ? ਐਕਸੀਡੈਂਟ ਸੀ ਤੇ ਫਿਰ ਉਹਨਾਂ ਨੂੰ ਵੀ ਸੱਟ ਉਹਨਾਂ ਨੂੰ ਲੱਗੀ? ਸੱਟਾਂ ਲੱਗਦੀਆਂ, ਰਕਸ਼ਾ ਵੀ ਟੁੱਟਦਾ। ਉਸੇ ਤਰ੍ਹਾਂ ਰਕਸ਼ਾ ਦੀ ਕੋਈ ਖਰੋਚ ਨਹੀਂ ਆਈ। ਮੇਰੇ ਬੱਚੇ ਨੇ ਜਿੱਥੇ ਆਪਣੀ ਪੈਰਾਂ ਨੂੰ ਜੁੱਤੀ ਲਾ ਕੇ ਰੱਖੀ, ਉੱਥੇ ਜੁੱਤੀ ਪਈ। ਐਡੇ ਜ਼ਜ਼ੀਦ ਹੋਏ ਪਏ ਹੈਗੇ ਨੇ। ਇਹਨਾਂ ਨੂੰ ਕੌਣ ਕਹਿੰਦਾ ਹੈਗੇ ਜ਼ਜ਼ੀਦਾਂ ਨੂੰ? ਹੱਡੀਆਂ ਟੁੱਟੀਆਂ ਸਨ? ਹੱਡੀਆਂ ਟੁੱਟ ਗਈਆਂ, ਗੁੱਟਾਂ ਦੀਆਂ ਟੁੱਟ ਗਈਆਂ, ਚੁੱਕਣੇ ਦੀ ਟੁੱਟ ਗਈ। ਕਿਉਂ ਨਹੀਂ ਪੁਲਿਸ ਮੰਨਣ ਡਈ? ਕਿਉਂ ਨਹੀਂ ਮੰਨਣ ਡਈ ਪੁਲਿਸ? आपने सुना एक माँ ने ऐसी डेड बॉडी रिसीव की जिसके जिस्म की हड्डियां टूटी हुई थी, हथौड़ों से तोड़ी गई थी हड्डियां। उस वक्त एक बाप की क्या कंडीशन होगी, बहनों ने क्या देखा होगा, बहनों पर क्या क़यामत गुजरी होगी। बात करते हैं मकतूल सलीम के वालिद से। अच्छा, ताड़ी सलीम के नाल आखिरी मुलाकात किदों हुई है? जुमरा ਨੂੰ 10 ਵਜੇ। ਜਦੋਂ ਤੁਹਾਨੂੰ ਪਤਾ ਚੱਲਿਆ ਹੈ ਕਿ ਤੁਹਾਡਾ ਬੇਟਾ ਮਰ ਗਿਆ, ਤੁਹਾਡੇ ਮਹੱਲੇਦਾਰਾਂ ਨੇ ਮਾਰਿਆ? ਮੈਨੂੰ ਨਜ਼ਰ ਹੀ ਕੱਖ ਨਹੀਂ ਅੱਗੋਂ ਆਇਆ। ਮੈਂ ਤੇ ਭੋਜ ਪਰ ਡਿੱਗ ਪਿਆ ਉੱਥੇ। ਜਦੋਂ ਬੱਚਾ ਤੁਹਾਡਾ ਘਰ ਆਇਆ, ਹਾਂਜੀ, ਤੁਸੀਂ ਆਪਣੇ ਬੱਚੇ ਨੂੰ ਦੇਖਿਆ, ਫੜਿਆ, ਤੇ ਕੀ ਸੂਰਤ ਹਾਲ ਸੀ ਉਹਦੇ ਜਿਸਮ ਦੀ? ਡੱਡ ਪੱਟ ਜਦੋਂ ਨੁਹਾ ਧਵਾ ਕੇ ਲੈ ਨੇ ਕੱਪੜ ਪਾ ਕੇ, ਮੇਰੇ ਬਰਦਾਸ਼ਤ ਤੋਂ ਬਾਹਰ ਹੋ ਗਈ। ਮੈਂ ਬੱਚੇ ਦਾ ਜ਼ਰੂਰ ਮੈਂ ਵੇਖਿਆ, ਬਾਕੀ ਮੇਰਾ ਹੌਸਲਾ ਨਹੀਂ ਪਿਆ। ਤੁਸੀਂ ਬਾਪ ਸੀ, ਬੱਚੇ ਨੂੰ ਇੱਕ ਬਾਪ ਬੜੀ ਮਿਹਨਤ ਨਾਲ ਪਾਲਦਾ ਹੈ, ਜਵਾਨ ਕਰਦਾ ਹੈ, ਤੇ ਜਵਾਨ ਬੱਚੇ ਦੀ ਜਦੋਂ ਡੈਡ ਬੋਡੀ ਹੱਥ 'ਚ ਆਉਂਦੀ ਹੈ, ਉਸੇ ਅੱਲਾ ਨੂੰ ਪਤਾ ਕੀ ਹੈ ਭਾਰ ਤੁਲਦੀ ਹੈ ਇਨਸਾਨ ਨੂੰ। ਜੇ ਆਪਣੇ ਇਨਸਾਨ ਅੱਲਾ ਪਾਕ ਦੇ ਹਰ ਬੰਦਾ ਇਹ ਕਹਿੰਦਾ ਵੀ ਯਾਰ ਮੈਂ ਪੁੱਤਰਾਂ ਦੇ ਕੰਧਾਂ ਤੇ ਜਾ, ਪਿਓ ਛੱਡ ਗਿਆ, ਪਿਓ ਛੱਡ ਗਿਆ ਹੈ ਕੰਧਾਂ ਤੇ। ਦੋਸਤ ਸਨ ਉਹਨਾਂ ਦੇ, ਉਹ ਕਿਰਦਾਰ ਉਹਨਾਂ ਦਾ ਮਹੱਲੇ 'ਚ ਕੈਸਾ ਸੀ? ਉਹ 12 ਮੁੰਡੇ ਨੇ। ਤੇ ਤੁਸੀਂ ਆਪਣੇ ਬੱਚੇ ਨੂੰ ਕਿਉਂ ਨਹੀਂ ਰੋਕਿਆ ਕਿ ਵੀ ਇਹ ਵਾਰਾ ਨੇ ਤੇ ਇਹਨਾਂ ਨਾ? ਫਿਰ ਮੈਂ ਬੜੀ ਦਫਾ ਕਿਹਾ ਉਹਨੂੰ, ਯਾਰ ਆਂਦਾ ਬੁੱਝ ਨਹੀਂ ਸਾਨੂੰ, ਉਹ ਅਸੀਂ ਕੀ ਕਰਨਾ। ਜਦੋਂ ਵੀ ਮੈਂ ਉਹ ਰਾਤ ਮੈਨੂੰ ਮਿਲਿਆ ਨਾ, ਉਹ ਬੱਚਾ ਨਾਲ ਹੀ ਉਹਦੇ ਹੋਇਆ। ਮੈਂ ਉਹਨੂੰ ਕਿਹਾ ਵੀ ਇਹਨੂੰ ਹਰ ਟਾਈਮ ਤੂੰ ਨਾਲ ਰੱਖਣਾ, ਨਾਲ ਤੂੰ ਸਵਾਰੀ ਜੋ ਬਿਠਾਈ ਹੋਵੇ
ਤੇ ਅੱਗੋਂ ਡਬਲ ਸਵਾਰੀ ਨਹੀਂ ਅਗਰ ਬਹਿੰਦੀ, ਇਹਨੂੰ ਨਾਲ ਨਾਲ ਬਿਠਾਇਆ ਕਰ। ਜੇ ਮੈਂ ਰਸਤੇ 'ਚ ਕਿਤੇ ਦੂਰ ਉਹਨੂੰ ਬੁਲਾਉਣ ਵੀ ਯਾਰ ਮੇਰੀ ਤਬੀਅਤ ਖਰਾਬ ਹੈ ਜਾਂ ਮਸਲਾ ਹੈ, ਉਹ ਬੱਚਾ ਨਾਲ ਹੀ ਹੈ। क्या कि कोई वो इकट्ठे कोई नशा वगैरह करते सी? ਲੱਭ ਤੇ ਜਾਣਦਾ ਕੀ ਕਰਦੇ ਸੀ। क्योंकि एक बाप दे कहने ते अगर नहीं मना होया ਤੇ और मौत ਨੂੰ गले ला लिया, ਬਿਲਕੁਲ, ਤੇ ਹੁਣ ਲੱਭ ਤੇ ਜਾਣਦਾ ਹੈ। एक बाप हो तुसी, ਹਾਂਜੀ, सलीम याद ते आंदा होएगा। ਕਿਉਂ ਨਹੀਂ? ਮੈਂ ਤੁਹਾਨੂੰ ਦੱਸਿਆ ਵੀ ਮੈਂ ਇੱਥੋਂ ਜਾਣਾ ਨਾ ਘਰੋਂ ਉੱਠ ਕੇ ਤੇ ਹਰ ਟਾਈਮ ਤਾਪ ਤੇ ਬਹਿੰਦਾ ਰਹਿਣਾ ਜਾਂ ਕਿ ਨਜ਼ਰ ਆ ਜਾਏ। जालिम दोस्तों ने मेरे बेटे को जान से मार दिया, मैं इंसाफ का मुतलाशी हूं, ये कहना था सलीम के वालिद का। क्यों कत्ल किया, किस तरह कत्ल किया, हादसा था, ये तो तहकीकात से साबित होगा। कमेंट बॉक्स में आप अपनी राय से ज़रूर आगाह कीजिएगा। इजाज़त दीजिए, अल्लाह ने के बाद।